ਇਹ तो चुनावी लॉलीपॉप दिता गया लोगों को। 7वें महीने तो जो शुरू करनी है जाके हुण तुसां इहदा ऐलान करके इहदा एडवांटेज लैण की कोशिश कर रहे हो, उदों तक तो वैसे कोड लग जाना। बस सफ़र की सहूलत दी है, जरा गिण के वेखो बसां किन्नियां क सरकारी पंजाब च चलन लईआं ने। रोडवेज का तो भट्ठा बहा के रख दिता इन्हां दीयां नीतियां ने, सरकारी बसां तो रहीआं ही नहीं। सत श्री अकाल, प्राइमो ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ ਤੁਹਾਨੂੰ ਦਿਖਾ ਰਿਹਾ ਕਿ ਅੱਜ ਵੂਮਨ ਡੇ ਦੇ ਉੱਤੇ ਜਿਹੜਾ ਬੜਾ ਲੇਡੀਜ਼ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ। ਤੇ ਗੱਲ ਕਰੀਏ ਤੇ ਸਰਕਾਰ ਵੱਲੋਂ ਵੀ ਅੱਜ 8 ਤਰੀਕ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾ ਰਿਹਾ ਅਤੇ ਬਜਟ ਦੇ ਵਿੱਚ ਗੱਲ ਕਰੀਏ ਤੇ ਅੱਜ ਹੀ ਸਵੇਰ ਦੀ ਜਿਹੜੀ ਗੱਲ ਚੱਲ ਰਹੀ ਹੈ ਕਿ ਮਹਿਲਾਵਾਂ ਵਾਸਤੇ ਇੱਕ ਵੱਖਰੀ ਜਿਹੜੀ ਇੱਕ ਸਰਕਾਰ ਨੇ ਜਿਹੜਾ ਵੱਖਰਾ ਇੱਕ ਤੋਹਫਾ ਦਿੱਤਾ, ਬੱਸ ਕਿਰਾਇਆ ਜਿਹੜਾ ਵਾ ਉਹ ਮਾਫ ਕਰ ਦਿੱਤਾ ਗਿਆ। ਤੇ ਇਸ ਦੇ ਚੱਲਦਿਆਂ ਹੀ ਸਾਡੇ ਨਾਲ ਕੋਈ ਸਟੂਡੈਂਟ ਹੈਗੇ ਨੇ ਜਿਹੜੇ ਕਿ ਲੇਡੀਜ਼ ਹੈਗੀਆਂ ਜਿਹੜੀਆਂ ਬੱਸ ਸਟੈਂਡ ਤੇ ਖੜੀਆਂ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਮੈਮ, ਤੁਸੀਂ ਇੱਥੇ ਬੱਸ ਸਟੈਂਡ ਤੇ ਖੜੇ ਹੋ, ਦੇਖ ਰਹੇ ਹੋ ਕਿ ਅੱਜ ਵੂਮਨ ਡੇ ਦੇ ਉੱਤੇ ਸਰਕਾਰ ਵੱਲੋਂ ਇੱਕ ਗਿਫਟ ਦਿੱਤਾ ਗਿਆ ਕਿ ਜਿਹੜਾ ਲੇਡੀਜ਼ ਦਾ ਜਿਹੜਾ ਬੱਸਾਂ ਦਾ ਕਿਰਾਇਆ ਮਾਫ ਕਰ ਦਿੱਤਾ ਗਿਆ, ਕਿਸ ਤਰੀਕੇ ਨਾਲ ਵੇਖਦੇ? फस्ट ऑफ ऑल मेरा नाम संजीत कौर है, मैं अजनाले शहर की रहने वाली हाँ। अज महिला दिवस है 8 मार्च है। सानू मैं पहला तो सारिਆਂ ਨੂੰ इस दिवस ਦੀਆਂ ਮੁਬਾਰਕਾਂ ਦੇਣੀਆਂ ਚਾਹੁੰਦੀ ਹਾਂ, बहुत बहुत ਵਧਾਈਆਂ ਸਾਰੀਆਂ ਔਰਤਾਂ ਨੂੰ। ਐਂਡ ਉਹ ਕਹਿੰਦੇ ਹਨ ਗੁਰਬਾਣੀ ਦੀ ਬਹੁਤ ਸੋਹਣੀ ਤੁਕ ਹੈ ਕਿ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਜ਼ਾਨ। ਸੋ ਸਾਨੂੰ ਕਿਸੇ ਨੂੰ ਨਹੀਂ ਮੰਦਾ ਕਹਿਣਾ ਚਾਹੀਦਾ। ਜਿਹੜੀਆਂ ਔਰਤਾਂ ਨੇ ਉਹ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਨੇ, ਉਹ ਸਗੋਂ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਪੂਰਾ ਸਾਥ ਦਿੰਦੀਆਂ ਹਨ। ਅਤੇ ਇਹਦੇ ਨਾਲ ਚੱਲਦਿਆਂ ਹੀ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਉਹਨਾਂ ਨੇ ਸਾਨੂੰ ਗਿਫਟ ਦੇ ਤੌਰ 'ਤੇ ਇਹ ਸਭ ਕੁਝ ਦਿੱਤਾ ਹੈ ਕਿ ਜਿਵੇਂ ਬੱਸਾਂ ਦਾ ਕਿਰਾਇਆ ਮਾਫ ਕੀਤਾ ਹੈ ਔਰ ਪੈਨਸ਼ਨਸ ਵਿੱਚ ਵਾਧਾ ਕੀਤਾ ਹੈ। ਬਟ ਫਾਇਦਾ ਅਸੀਂ ਤਾਂ ਹੀ ਲੈ ਸਕਦੇ ਹਾਂ ਜਿੱਦਾਂ ਕਿ ਆਪਾਂ ਬਾਰਡਰ ਏਰੀਆ 'ਚ ਦੇਖਦੇ ਹਾਂ ਬਹੁਤ ਘੱਟ ਬੱਸਾਂ ਨੇ ਸਰਕਾਰੀ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਹੀਂ ਹੈਗੀਆਂ। ਫਾਇਦਾ ਤਾਂ ਹੀ ਲਿਆ ਜਾ ਸਕਦਾ ਜੇ ਵੱਧ ਤੋਂ ਵੱਧ ਬੱਸਾਂ ਚੱਲਣਗੀਆਂ ਸਰਕਾਰੀ। ਸੋ ਸਾਡੀ ਸਰਕਾਰ ਨੂੰ ਇਹੀ ਗੁੰਜਾਇਸ਼ ਹੈ ਕਿ ਹਾਂ ਉਹ ਬਹੁਤ ਵਧੀਆ ਕੀਤਾ, ਤੁਸੀਂ ਕਿਰਾਇਆ ਮਾਫ ਕਰ ਦਿੱਤਾ ਹੈ, ਸਾਡੇ ਲਈ ਬਹੁਤ ਹੀ ਫਾਇਦੇਮੰਦ ਹੈ। ਅਸੀਂ ਈਜ਼ਲੀ ਆ ਜਾ ਸਕਦੇ ਹਾਂ, ਆਪਣਾ ਆਣ ਕੇ ਸਟੱਡੀ ਕਰ ਸਕਦੇ ਹਾਂ। ਬਟ ਪਲੀਜ਼ ਮੇਰੀ ਫਸਟ ਐਂਡ ਲਾਸਟ ਰਿਕੁਐਸਟ ਇਹੀ ਹੈ ਕਿ ਪਲੀਜ਼ ਵੱਧ ਤੋਂ ਵੱਧ ਸਰਕਾਰੀ ਬੱਸਾਂ ਚਲਾਈਆਂ ਜਾਣ। ਥੈਂਕ ਯੂ। ਸਾਡੇ ਨਾਲ ਉੱਥੇ ਹੋ ਵੀ ਮੈਮ ਹੈਗੇ ਨੇ। ਹਾਂਜੀ ਮੈਮ, ਤੁਸੀਂ ਕਿੱਦਾਂ ਵੇਖਦੇ ਹੋ ਜਿਹੜਾ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ, ਮਹਿਲਾਵਾਂ ਦਾ ਜਿਹੜਾ ਕਿਰਾਇਆ ਮਾਫ ਕਰ ਦਿੱਤਾ ਗਿਆ, ਨਾਲ ਜਿਹੜੀ ਪੈਨਸ਼ਨਾਂ ਦੇ ਵਿੱਚ ਜਿਹੜਾ ਵਾਧਾ ਕਰ ਦਿੱਤਾ ਗਿਆ ਵਾ, ਤੁਸੀਂ ਕਿਰਾਏ ਨੂੰ ਲੈ ਕੇ ਕਿੱਦਾਂ ਵੇਖਦੇ ਹੋ ਕਿ ਲੇਡੀਜ਼ ਨੂੰ ਅੱਜ ਬੜਾ ਵੱਡਾ ਗਿਫਟ ਦਿੱਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਸਰਕਾਰੀ ਬੱਸਾਂ ਦੇ ਵਿੱਚ ਜਿਹੜਾ ਕਿਰਾਇਆ ਮਾਫ ਕਰ ਦਿੱਤਾ। ਪਰ ਜੇ ਵੇਖਣ ਨੂੰ ਗੱਲ ਕਰੀਏ ਤੇ ਬੱਸਾਂ ਜਿਹੜੀਆਂ ਸਰਕਾਰੀ ਨੇ ਬਹੁਤ ਘੱਟ ਨੇ, ਕਿੱਦਾਂ ਵੇਖਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਸ਼ਿਖਾ ਹਾਂ ਅਜਨਾਲੇ ਤੋਂ ਹੀ। ਮੈਂ ਥੈਂਕਫੁਲ ਕਰਨਾ ਚਾਹੁੰਦੀ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਅੱਜ ਵਿਮਨਸ ਡੇ 'ਤੇ ਐਜ਼ ਅ ਗਿਫਟ ਕੀਤਾ ਆ ਕਿ ਜਿਹੜਾ ਬੱਸਾਂ ਦਾ ਕਿਰਾਇਆ ਸਾਨੂੰ ਮਾਫ ਕਰ ਦਿੱਤਾ ਹੈ ਨਾ। ਠੀਕ ਹੈ, ਬਹੁਤ ਵਧੀਆ ਗੱਲ ਹੈ, ਲੇਡੀਜ਼ ਲਈ ਬਹੁਤ ਵਧੀਆ ਆ। ਪਰ ਦੂਜੀ ਗੱਲ ਇਹ ਆ ਜਾਂਦੀ ਆ ਕਿ ਉਹਨਾਂ ਨੇ ਬੱਸਾਂ ਦੇ ਕਿਰਾਏ ਤੇ ਮਾਫ ਕਰਤੇ, ਪਰ ਬੱਸਾਂ ਤਾਂ ਹੋਣ। ਜੇ ਬੱਸਾਂ ਹੀ ਨਾ ਹੋਣਗੇ ਤਾਂ ਮਾਫ ਕਿਰਾਏ ਨੂੰ ਅਸੀਂ ਕੀ ਕਰਾਂਗੇ? ਅਤੇ ਸੋ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੈਂ ਹੱਥ ਜੋੜ ਕੇ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਤੁਸੀਂ ਸਰਕਾਰੀ ਬੱਸਾਂ ਚਲਾਉਣ। ਆ ਬਾਰਡਰ ਏਰੀਆ ਦੇ ਲਾਗੇ ਤੁਸੀਂ ਦੇਖਦੇ ਹੋ ਹੁਣ ਪ੍ਰਾਈਵੇਟ ਬੱਸਾਂ ਹੈ, ਜਿੱਧਰ ਦੇਖੋ ਪ੍ਰਾਈਵੇਟ ਬੱਸਾਂ ਹੈ ਨਾ, ਪ੍ਰਾਈਵੇਟ ਬੱਸਾਂ। ਅਗਰ ਰੋਡਵੇਜ਼ ਦੀਆਂ ਬੱਸਿਸ ਨਹੀਂ ਹੋਣਗੀਆਂ ਅਸੀਂ ਕਿਰਾਏ ਮਾਫ ਨੂੰ ਕੀ ਕਰਾਂਗੇ? ਸੋ ਵਧੀਆ ਗੱਲ ਆ, ਉਹਨਾਂ ਨੇ ਵਿਮਨਸ ਡੇ 'ਤੇ ਸਾਨੂੰ ਇੱਕ ਬਹੁਤ ਵਧੀਆ ਤੋਹਫਾ ਦਿੱਤਾ ਲੇਡੀਜ਼ ਨੂੰ। ਬਟ ਪਲੀਜ਼ ਉਹ ਸਰਕਾਰੀ ਬੱਸਾਂ ਜ਼ਿਆਦਾ ਤੋਂ ਜ਼ਿਆਦਾ ਚਲਾਉਣ। ਮੇਰੀ ਸਰਕਾਰ ਅੱਗੇ ਇਹੀ ਰਿਕੁਐਸਟ ਹੈ ਕਿ ਪਲੀਜ਼ ਹੁਣ ਅਸੀਂ ਅਗਲੀ ਵਾਰੀ ਉਹਨਾਂ ਨੂੰ ਥੈਂਕਫੁਲ ਕਰਨ ਵਾਸਤੇ ਹੀ ਸਪੀਚ ਦਈਏ ਕਿ ਉਹਨਾਂ ਨੇ ਸਰਕਾਰੀ ਬੱਸਾਂ ਜ਼ਿਆਦਾ ਤੋਂ ਜ਼ਿਆਦਾ ਚਲਾਤੀਆਂ ਨੇ। ਤੁਸੀਂ ਵੇਖ ਰਹੇ ਹੋ ਕਿ ਮਹਿਲਾਵਾਂ ਦੀ ਇੱਕੋ ਗੱਲ ਹੈ ਕਿ ਜੇ ਕਿਰਾਏ ਮਾਫ ਕੀਤੇ ਨੇ ਤਾਂ ਪਹਿਲਾਂ ਬੱਸਾਂ ਤਾਂ ਹੋਣ, ਬੱਸਾਂ ਹੋਣਗੀਆਂ ਤੇ ਕਿਰਾਏ ਦਾ ਫਾਇਦਾ ਹੈ, ਅਦਰਵਾਈਜ਼ ਨਹੀਂ। ਸਾਡੇ ਨਾਲ ਹੋਰ ਵੀ ਇੱਥੇ ਗਰਲਸ ਹੈਗੀਆਂ ਨੇ। ਹਾਂਜੀ, ਤੁਸੀਂ ਡੇਲੀ ਕਾਲਜ ਆਉਂਦੇ ਹੋ, ਸਟੱਡੀ ਕਰ ਰਹੇ ਹੋ, ਕਿੱਦਾਂ ਵੇਖ ਰਹੇ ਹੋ ਅੱਜ ਸਕੂਲ ਜਿਹੜਾ ਰਸਤੇ ਦਾ ਆਉਣ ਦਾ ਜਿਹੜਾ ਕਿਰਾਇਆ ਵਾ ਉਹ ਸਰਕਾਰ ਨੇ ਮਾਫ ਕਰ ਦਿੱਤਾ? ਅੱਜ ਵੂਮਨਸ ਡੇ ਆ ਅਤੇ ਅੱਜ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਨੇ ਵੂਮਨਸ ਨੇ, ਜਿਵੇਂ ਕਿ ਅੱਜ ਕਿਰਾਇਆ ਮਾਫ ਕਰ ਦਿੱਤਾ ਗਿਆ ਆ। ਇਹ ਬੜਾ ਵਧੀਆ ਗੱਲ ਹੈ ਕਿ ਸਰਕਾਰ ਨੇ ਕੁਝ ਸੋਚਿਆ ਹੈ ਵੂਮਨਸ ਬਾਰੇ ਅਤੇ ਉਹਨਾਂ ਨੇ ਐਜ਼ ਅ ਗਿਫਟ ਇਹ ਚੀਜ਼ ਕੀਤੀ ਆ। ਇਹਦਾ ਬੜਾ ਵੱਡਾ ਬੈਨੀਫਿਟ ਆ ਵੂਮਨਸ ਲਈ, ਜਿਹੜੀਆਂ ਕਿ ਇੱਦਾਂ ਦੀ ਫੈਮਿਲੀ ਨੂੰ ਬਿਲੋਂਗ ਕਰਦੀਆਂ ਨੇ ਜਿਹੜਾ ਕਿ ਇੱਦਾਂ ਮਤਲਬ ਕਿ ਫਾਈਨੈਂਸ਼ਲੀ ਇੰਨੇ ਸਟਰੋਂਗ ਨਹੀਂ ਹੈਗੇ। ਸੋ ਇਹ ਬੜੀ ਵਧੀਆ ਚੀਜ਼ ਹੈ ਉਹਨਾਂ ਵਾਸਤੇ। ਅਤੇ ਬਸ ਮੈਂ ਇਹੋ ਹੀ ਕਹਿਣਾ ਚਾਹੁੰਦੀ ਹਾਂ ਕਿ ਗੌਰਮੈਂਟ ਬੱਸਿਸ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਗੌਰਮੈਂਟ ਬੱਸਿਸ ਦੇ ਵਿੱਚ ਹੀ ਕਿਰਾਇਆ ਮਾਫ ਆ ਅਤੇ ਜੇ ਗੌਰਮੈਂਟ ਬੱਸਿਸ ਹੀ ਨਾ ਹੋਣਗੀਆਂ ਤਾਂ ਇਹਦਾ ਬੈਨੀਫਿਟ ਨਹੀਂ ਹੋਏਗਾ। ਸੋ ਮੇਰੀ ਗੌਰਮੈਂਟ ਨੂੰ ਇਹੋ ਹੀ ਆ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਗੌਰਮੈਂਟ ਬੱਸਿਸ ਪ੍ਰੋਵਾਈਡ ਕਰਨ ਵੂਮਨਸ ਨੂੰ ਅਤੇ ਉਹਨਾਂ ਨੂੰ ਇਸ ਚੀਜ਼ ਦਾ ਲਾਭ ਹੋਵੇ ਅਤੇ ਉਹਨਾਂ ਦੀ ਸਿਕਿਉਰਿਟੀ ਹੋਰ ਸਟਰੋਂਗ ਹੋਵੇ। ਸੋ ਬਸ ਮੈਂ ਐਂਡ 'ਤੇ ਇਹੋ ਕਹਿਣਾ ਚਾਹੁੰਦੀ ਹਾਂ। ਸਾਡੇ ਨਾਲ ਇੱਥੇ ਹੋਰ ਵੀ ਗਰਲਸ ਹੈਗੀਆਂ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ, ਤੁਸੀਂ ਡੇਲੀ ਸਫ਼ਰ ਕਰਦੇ ਹੋ ਆਪਣੇ ਪਿੰਡ ਤੋਂ, ਡੇਲੀ ਬੱਸ ਵਿੱਚ ਸਫ਼ਰ ਕਰਦੇ ਹੋ। ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਕਿਰਾਇਆ ਮਾਫ ਕਰ ਦਿੱਤਾ ਗਿਆ ਵੂਮਨ ਡੇ ਦੇ ਉੱਤੇ, ਨਾਲ ਹੀ ਜਿਹੜਾ ਵਾ ਪੈਨਸ਼ਨਾਂ ਦੇ ਵਿੱਚ ਵੀ ਜਿਹੜਾ ਵਾਧਾ ਕਰ ਦਿੱਤਾ ਗਿਆ, ਕੀ ਕਹਿਣਾ ਚਾਹੁੰਦੇ ਹੋ? ਕਿਰਾਇਆ ਮਾਫ ਕੀਤਾ ਹੈ, ਵਧੀਆ ਗੱਲ ਹੈ। ਪਰ ਜਿਹੜਾ ਪ੍ਰਾਈਵੇਟ ਬੱਸਾਂ ਵਾ ਉਹ ਬਹੁਤ ਜ਼ਿਆਦੀਆਂ, ਸਰਕਾਰੀ ਬੱਸਾਂ ਨਹੀਂ ਹੈ। ਪ੍ਰਾਈਵੇਟ ਬੱਸਾਂ ਵਿੱਚ ਕੀ ਫਾਇਦਾ ਜੇ ਕਿਰਾਇਆ ਪ੍ਰਾਈਵੇਟ ਬੱਸਾਂ ਵਿੱਚ ਮਾਫ ਨਹੀਂ ਹੈ? ਸਰਕਾਰੀ ਬੱਸਾਂ ਵੇਖੋ ਕਿਰਾਇਆ ਮਾਫ ਕਰਦੇ ਆ,
ਮਾਫ ਕੀਤਾ ਇਹਨਾਂ ਨੇ। ਤੇ ਮੈਂ ਇਹੋ ਕਹਿਣਾ ਚਾਹੁੰਦੀ ਹਾਂ ਵੀ ਪਲੀਜ਼ ਸਰਕਾਰੀ ਬੱਸਾਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ। ਇਹ ਤੋਂ ਇਲਾਵਾ ਮੈਂ ਨੌਕਰੀਆਂ ਦੀ ਵੀ ਗੱਲ ਕਰਨਾ ਚਾਹੁੰਦੀ ਹਾਂ ਵੀ ਸਾਰੇ ਐਲਟਸ ਕਰਕੇ ਬਾਹਰ ਜਾਈ ਜਾਂਦੇ ਨੇ ਤੇ ਇਹ ਤੋਂ ਚੰਗੀ ਗੱਲ ਨਹੀਂ ਹੈ ਵੀ ਆਪਣੇ ਦੇਸ਼ ਦੇ ਸਾਰੇ ਨੌਜਵਾਨ ਬਾਹਰ ਜਾਈ ਜਾਂਦੇ ਆ। ਤੇ ਮੈਂ ਇਹੋ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਵੀ ਆਪਣੇ ਪੰਜਾਬ 'ਚ ਵੀ ਵੱਧ ਤੋਂ ਵੱਧ ਨੌਕਰੀਆਂ ਹੋਣ ਤੇ ਨੌਕਰੀਆਂ ਦਿਓ ਲੜਕਿਆਂ ਨੂੰ ਵੀ ਤੇ ਲੜਕਿਆਂ ਨੂੰ ਵੀ, ਜਿਹੜੇ ਲੜਕੇ ਆ ਨਸ਼ਿਆਂ ਪੱਤਿਆਂ ਵੱਲ ਨਾ ਜਾਣ। ਮੈਂ ਬਸ ਸਰਕਾਰ ਨੂੰ ਇਹੋ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਨੌਕਰੀਆਂ ਬਾਰੇ ਵੀ ਸੋਚੋ। ਥੈਂਕ ਯੂ। ਬਜਟ ਨੂੰ ਲੈ ਕੇ ਅੱਜ ਸਾਡੇ ਨਾਲ ਕੁਝ ਵਪਾਰੀ ਵਰਗ ਵੀ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਵੀ ਉਹ ਅੱਜ ਦੇ ਬਜਟ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ। ਹਾਂਜੀ ਭਾਜੀ, ਤੁਹਾਡਾ ਸਵਾਗਤ ਹੈ ਜੀ ਪ੍ਰਾਈਮੋ ਦੇ ਵਿੱਚ। ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਅੱਜ ਜਿਹੜਾ ਬਜਟ ਪੇਸ਼ ਕੀਤਾ ਗਿਆ ਵਾ, ਜਿਹਦੇ ਵਿੱਚ ਅੱਜ ਮਹਿਲਾ ਦਿਵਸ ਨੂੰ ਵੇਖਦੇ ਹੋਏ ਇੱਕ ਮਹਿਲਾਵਾਂ ਵਾਸਤੇ ਜਿਹੜੀਆਂ ਅੱਜ ਬੱਸਾਂ ਦਾ ਕਿਰਾਇਆ ਜਿਹੜਾ ਵਾ ਉਹ ਮਾਫ ਕਰ ਦਿੱਤਾ ਗਿਆ ਤੇ ਨਾਲ ਹੀ ਜਿਹੜੀ ਪੈਨਸ਼ਨ ਆ ਉਹ ਦੁੱਗਣੀ ਕਰ ਦਿੱਤੀ ਗਈ ਆ। ਕਿਸ ਤਰੀਕੇ ਨਾਲ ਵੇਖਦੇ ਹੋ? ਪਹਿਲਾਂ ਤਾਂ ਜਗਜੀਤ ਸਿੰਘ ਜੀ ਤੁਹਾਡਾ ਧੰਨਵਾਦ, ਤੁਸੀਂ ਸਮਾਂ ਕੱਢਿਆ। ਦੂਸਰੀ ਗੱਲ ਹੈ ਜਿਹੜੀ ਬਜਟ ਦੀ, ਇਹ ਤਾਂ ਚੁਣਾਵੀ ਲੋਲੀਪੌਪ ਦਿੱਤਾ ਗਿਆ ਲੋਕਾਂ ਨੂੰ, ਕਿਉਂਕਿ ਸਰਕਾਰ ਨੇ 4 ਸਾਲ ਦੇ ਵਿੱਚ ਤੇ ਢੇਰ 'ਚੋਂ ਪੂਣੀ ਨਹੀਂ ਕੱਤੀ। ਹੁਣ ਅਖੀਰਲਾ ਬਜਟ ਆ ਸਰਕਾਰ ਦਾ ਤੇ ਉਹਦੇ ਵਿੱਚ ਲੋਕਾਂ ਨੂੰ ਲੁਭਾਵਣੇ ਵਾਅਦੇ ਕਰਕੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਅਸੀਂ ਕੁਝ ਕਰ ਦਿਆਂਗੇ, ਪਰ ਇਹ ਉਹ ਉੱਠਦਾ ਬੋਲਿਆ ਜਿਹੜਾ ਕਦੇ ਡਿੱਗਣਾ ਹੀ ਨਹੀਂ। ਜਿਹੜੀ ਆ ਸਕੀਮ ਚਾਲੂ ਕੀਤੀ ਇਹਨਾਂ ਨੇ ਕਿ ਸ਼ਗਨ ਸਕੀਮ ਆਸ਼ੀਰਵਾਦ ਦੇ ਰੂਪ ਵਿੱਚ 21,000 ਤੋਂ 51,000 ਰੁਪਇਆ ਕਰਨੀ ਜਾ ਕੇ 7ਵੇਂ ਮਹੀਨੇ ਤੋਂ ਸ਼ੁਰੂ ਆ। 7ਵੇਂ ਮਹੀਨੇ ਤੋਂ ਜਦੋਂ ਸ਼ੁਰੂ ਕਰਨੀ ਆ ਜਾ ਕੇ ਹੁਣ ਤੁਸੀਂ ਇਹਦਾ ਐਲਾਨ ਕਰਕੇ ਇਹਦਾ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਉਦੋਂ ਤੱਕ ਤਾਂ ਵੈਸੇ ਕੋਡ ਲੱਗ ਜਾਣਾ। ਜਿਹੜੀ ਮਹਿਲਾਵਾਂ ਨੂੰ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੈ, ਜਰਾ ਗਿਣ ਕੇ ਵੇਖੋ ਬੱਸਾਂ ਕਿੰਨੀਆਂ ਕੁ ਸਰਕਾਰੀ ਪੰਜਾਬ 'ਚ ਚੱਲਣ ਰਹੀਆਂ ਨੇ। ਰੋਡਵੇਜ਼ ਦਾ ਤਾਂ ਭੱਠਾ ਬਹਾ ਕੇ ਰੱਖ ਦਿੱਤਾ ਇਹਨਾਂ ਦੀਆਂ ਨੀਤੀਆਂ ਨੇ। ਸਰਕਾਰੀ ਬੱਸਾਂ ਤਾਂ ਰਹੀਆਂ ਹੀ ਨਹੀਂ। ਜੇ ਕੋਈ ਸਰਕਾਰੀ ਬੱਸ ਹੋਊ ਤਾਂ ਉਹਦੇ 'ਚ ਕੋਈ ਸਵਾਰੀ ਚੜ੍ਹੂ। ਜਿਹੜੇ ਬੱਚੇ ਨੇ, ਜਿਹੜੀ ਉਹਨਾਂ ਨੂੰ ਸਹੂਲਤ ਕਾਲਜੀਏਟ ਬੱਚਿਆਂ ਨੂੰ ਇਹਨਾਂ ਨੇ ਦਿੱਤੀ ਆ, ਸਕੂਲਾਂ ਕਾਲਜਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ, ਕਿ ਉਹਨਾਂ ਦਾ ਕਿਰਾਇਆ ਮਾਫ ਕਰ ਦਿੱਤਾ ਜਾਊਗਾ। ਜੇ ਕੋਈ ਬੱਸ ਆਊਗੀ ਤਾਂ ਬੱਚਾ ਚੜ੍ਹੂਗਾ ਨਾ। ਬੱਚਿਆਂ ਦੀ ਤਾਂ ਮਜਬੂਰੀ ਬਣ ਗਈ ਆ ਪ੍ਰਾਈਵੇਟ ਵਹੀਕਲ ਵਰਤਣੇ, ਤੇ ਪ੍ਰਾਈਵੇਟ ਬੱਸਾਂ ਜਦੋਂ ਚੱਲਦੀਆਂ ਹੀ ਪ੍ਰਾਈਵੇਟ ਬੱਸਾਂ ਨੇ ਤੇ ਉਹਨਾਂ 'ਤੇ ਹੀ ਚੜ੍ਹਨਾ। ਉਹ ਤਾਂ ਵਿਚਾਰਿਆਂ ਦਾ ਨਿੱਤ ਕਲੇਸ਼ ਪਿਆ ਕਰੂਗਾ। ਟਰਾਂਸਪੋਰਟਰਾਂ ਨੇ ਚੜ੍ਹਨ ਨਹੀਂ ਦੇਣੇ, ਬੱਸ ਦੇ ਕੰਡਕਟਰਾਂ ਨੇ ਬਹਿਣ ਨਹੀਂ ਦਿਆ ਕਰਨੇ, ਬੱਚਿਆਂ ਵਿਚਾਰਿਆਂ ਨੇ ਜਾਣਾ ਕਿੱਥੇ ਆ। ਇਸ ਕਰਕੇ ਇਹਨਾਂ ਇਹੋ ਜਿਹੀਆਂ ਗੱਲਾਂ ਦੇ ਵਿੱਚ ਆਣ ਕੇ ਲੋਕਾਂ ਨੇ ਹੁਣ ਇਹਨਾਂ ਦੇ ਚੁੰਗਲ 'ਚ ਨਹੀਂ ਫਸਣਾ। ਕੱਖ ਨਹੀਂ ਦਿੱਤਾ ਬਜਟ ਦੇ ਵਿੱਚ। ਵੇਖੋ, ਸਭ ਤੋਂ ਵੱਡੀ ਗੱਲ ਇਹ ਆ, ਇੱਕ ਪਾਸੇ ਤਾਂ ਸਰਕਾਰ ਖੁਦ ਇਹ ਮੰਨਣ ਡਈ ਆ ਕਿ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਸਾਡਾ ਇਸ ਵਿੱਤੀ ਸਾਲ ਦਾ, ਤੇ ਜਦੋਂ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ 41% ਉਹਦੇ ਵਿੱਚੋਂ ਇੰਟਰਸਟ ਜਾਣ ਡਿਆ। ਇਹ ਡਿਵੈਲਪਮੈਂਟ ਦੀਆਂ ਸਕੀਮਾਂ ਐਵੇਂ ਸਬਜ਼ਬਾਗ ਵਿਖਾਉਣ ਡੇ ਨੇ, ਕਿਸੇ ਨੇ ਕੱਖ ਨਹੀਂ ਕਰਨਾ। ਜਿਹੋ ਜਿਹਾ ਗੱਡੀ ਮਿੰਟ ਉਹੋ ਜਿਹਾ ਅਗਲਾ ਪਿੰਡ, ਜਿਹੋ ਜਿਹੇ ਪਿਛਲੇ 4 ਸਾਲ ਲੰਘ ਗਏ ਨੇ ਇਹੋ ਜਿਹਾ ਆਹ 7-8 ਮਹੀਨੇ ਜਿਹੜੇ ਰਹਿ ਗਏ ਲੰਘ ਜਾਣੇ ਨੇ। ਇਹ ਬਸ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਕੰਮ। ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਇਹਨਾਂ ਦੇ ਆਪਣੇ ਖਰਚਿਆਂ ਵਾਸਤੇ ਕੋਈ ਖਜ਼ਾਨਾ ਖਾਲੀ ਨਹੀਂ। ਇਹ ਜੋ ਮਰਜ਼ੀ ਲੁੱਟੀ ਪੁੱਟੀ ਜਾਣ ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। 4 ਚਫੇਰੇ ਇਹਨਾਂ ਨੇ ਨੇਰਗਰਦੀ ਮਚਾਈ ਆ। ਸਹੂਲਤ ਨਾਂ ਦੀ ਚੀਜ਼ ਕੋਈ ਨਹੀਂ। ਪਹਿਲੀ ਗੱਲ ਤਾਂ ਜੋ ਇਹਨਾਂ ਆਪਣੇ ਮੈਨੀਫੈਸਟੋ 'ਚ ਕਿਹਾ ਸੀ, ਜਿੱਦਣ ਗੁਟਕਾ ਸਾਹਿਬ ਹੱਥ 'ਚ ਫੜ ਕੇ ਇਹ ਸਹੁੰ ਖਾਧੀ ਸੀ ਕਿ ਅੱਜ ਤੋਂ ਸਾਰਾ ਕਰਜ਼ਾ ਤੁਹਾਡਾ ਮਾਫ, ਕਿਸੇ ਦੀ ਮੈਂ ਜ਼ਮੀਨ ਨਹੀਂ ਵਿਕਣ ਦੇਣੀ। ਕੋਆਪਰੇਟਿਵ ਸੁਸਾਇਟੀਆਂ ਦਾ ਕਰਜ਼ਾ ਵੀ ਸਰਕਾਰ ਦੇਊਗੀ, ਬੈਂਕਾਂ ਦਾ ਕਰਜ਼ਾ ਵੀ ਸਰਕਾਰ ਦੇਊਗੀ, ਸ਼ਾਹੂਕਾਰਾਂ ਦਾ ਕਰਜ਼ਾ ਵੀ ਸਰਕਾਰ ਦੇਊ। ਦੱਸੋ ਕਿੰਨਿਆਂ ਕੁ ਦਾ ਮਾਫ ਹੋ ਗਿਆ? ਹੁਣ ਸ਼ਰਤਾਂ ਲਾਈ ਜਾਂਦੇ, ਕਿਸੇ ਦਾ ਜੀ ਇਹ 2 ਲੱਖ ਦੇਣਾ, ਕਿਸੇ ਦਾ 2 ਕਿੱਲੇ ਵਾਲੇ ਦਾ ਦੇਣਾ, ਕਿਸੇ ਦਾ 5 ਕਿੱਲੇ ਵਾਲੇ ਦਾ ਦੇਣਾ। ਜਦੋਂ ਵਾਅਦੇ ਕੀਤੇ ਨੇ ਉਦੋਂ ਨਹੀਂ ਵੇਖਿਆ ਗਿਆ ਵੀ ਵਾਅਦੇ ਅਸੀਂ ਕਿਹੜੇ ਲੱਗੇ ਕਰਨ। ਜਿਹੜੇ ਵਾਅਦੇ ਕੀਤੇ ਨੇ ਉਹਨਾਂ ਦੇ ਤੇ ਪੂਰੇ ਉਤਰੋ। ਮੈਂ ਤਾਂ ਕਹਿੰਦਾ ਮੈਨੀਫੈਸਟੋ ਇੱਕ ਲੀਗਲ ਡਾਕੂਮੈਂਟ ਬਣਾ ਦੇਣਾ ਚਾਹੀਦਾ ਸਰਕਾਰ ਨੂੰ। ਜਿਹੜੀ ਪਾਰਟੀ ਜਿਸ ਮੈਨੀਫੈਸਟੋ ਦੇ ਉੱਤੇ ਇਲੈਕਸ਼ਨ ਲੜ ਕੇ ਆਵੇ ਉਹਨੂੰ ਆਪਣੇ ਸਮੇਂ ਦੇ ਦੌਰਾਨ ਪੂਰਾ 100% ਇੰਪਲੀਮੈਂਟ ਕਰੇ, ਲਾਗੂ ਕਰੇ। ਨਹੀਂ ਤਾਂ ਉਹਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਉਹਨੂੰ ਚੋਣ ਕਮਿਸ਼ਨ ਵੱਲੋਂ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਕਿ ਉਹ ਲੜ ਹੀ ਨਾ ਸਕੇ। ਕਿਉਂਕਿ ਇਹ ਤਾਂ ਇਹਨਾਂ ਨੇ ਇੱਕ ਬਣਾ ਲਿਆ ਕਿ ਲੋਕਾਂ ਨੂੰ ਲਾਰੇ ਲਾਓ, ਝੂਠ ਝਾਟ ਬੋਲੋ, ਜਿੰਨਾ ਰੱਜ ਕੇ ਬੋਲ ਸਕਦੇ ਹੋ, ਅਤੇ ਅਗਲੀ ਸਰਕਾਰ ਫੇਰ ਬਣਾ ਲਓ ਅਤੇ ਕਰਨਾ ਕਤਰਨਾ ਕੱਖ ਨਹੀਂ। ਜੇ ਮਨਪ੍ਰੀਤ ਬਾਦਲ ਪਿਛਲੇ ਕਹਿੰਦੇ ਆ ਰਹੇ ਨੇ ਕਿ ਆਰਥਿਕ ਪਟੜੀ ਸਾਡੀ ਲੀਹ 'ਤੇ ਚੜ੍ਹ ਗਈ ਆ, ਅਤੇ ਜੇ ਆਰਥਿਕਤਾ ਪਟੜੀ ਦੇ ਉੱਤੇ ਚੜ੍ਹ ਗਈ ਆ ਤਾਂ ਫਿਰ ਕਰਜ਼ਾ ਵੱਧਦਾ ਕਿਉਂ ਜਾਣ ਡਿਆ, ਘਟਣ ਕਿਉਂ ਨਹੀਂ ਡਿਆ? ਮੁਲਾਜ਼ਮ ਤਾਂ ਇਹਨਾਂ ਨੂੰ ਰੋਣ ਡਏ ਨੇ, ਮੁਲਾਜ਼ਮਾਂ ਨੂੰ ਦਿੰਦੇ ਕੱਖ ਨਹੀਂ। ਆਹ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਜਿਹੜੀਆਂ ਜਿਹੜੀਆਂ ਇਹਨਾਂ ਨੇ ਦੇਣੀਆਂ, ਇਹਨਾਂ 'ਤੇ ਮੁਲਾਜ਼ਮਾਂ ਦਾ ਡੀਏ ਹੀ ਦੇਣ ਵਾਲਾ ਪਿਆ। ਉਹਨੂੰ ਅਮਰਜ ਕਰਕੇ ਇਹਨਾਂ ਨੇ ਕਹਿ ਜਾਣਾ ਦੀ ਪੇ ਕਮਿਸ਼ਨ ਦੇ ਦਿੱਤਾ। ਗੱਲ ਤਾਂ ਆ ਵੀ ਕਰਨਾ ਕਤਰਨਾ ਇਹਨਾਂ ਨੇ ਕੁਝ ਨਹੀਂ ਗਾ। ਕਿਉਂਕਿ ਜਿੱਦਾਂ ਜਿਹੜੇ ਘਰ ਦੇ ਵਿੱਚ ਜਿਹੜੀ ਬੀਬੀ ਹੱਥ ਜ਼ਿਆਦਾ ਘੁੱਟ ਕੇ ਰੱਖੇ ਨਾ, ਹੈ ਨਾ ਕਰਦੀ ਘਰ 'ਚ ਰਵੇ, ਉਹ ਘਰ 'ਚ ਬਰਕਤ ਨਹੀਂ ਹੁੰਦੀ। ਇਸ ਕਰਕੇ ਮਨਪ੍ਰੀਤ ਬਾਦਲ ਨੂੰ ਵਿੱਤ ਮੰਤਰੀ ਬਣਾਤਾ। ਇਹਦਾ ਸ਼ੁਰੂ ਤੋਂ ਹੀ ਕੰਮ ਇਹ ਆ ਵੀ ਇਹਨੇ ਰੋਂਦਾ ਹੀ ਰਹਿਣਾ। ਇਹ ਪਿਛਲੀ ਸਰਕਾਰ 'ਚ ਵੀ ਰੋਂਦਾ ਹੈ, ਇਹ ਹੁਣ ਵੀ ਰੋਈ ਜਾਂਦਾ। ਇਹਦੇ ਖਜ਼ਾਨੇ ਦੇ ਵਿੱਚ ਕੱਖ ਨਹੀਂ ਆਉਣਾ। ਇਹ ਪਤਾ ਨਹੀਂ ਕਿੱਦਾਂ ਦਾ ਖਜ਼ਾਨਾ ਲੱਭਦਾ, ਕੱਖ ਨਹੀਂ ਦੇਣਾ ਇਹਨੇ ਲੋਕਾਂ ਨੂੰ।
ਤੁਸੀਂ ਵੇਖ ਰਹੇ ਹੋ ਕਿ ਜੇ ਅਸੀਂ ਤੁਹਾਨੂੰ ਸਟੂਡੈਂਟ ਦੀ ਗੱਲ ਕਰੀਏ, ਸਟੂਡੈਂਟ ਵੀ ਇਸ ਚੀਜ਼ ਵਿੱਚ ਰੋਸ ਕਰ ਰਹੇ ਨੇ ਕਿ ਜੇ ਇਸ ਕਿਰਾਇਆ ਮਾਫ ਕਰਨਾ ਹੈ ਤਾਂ ਪਹਿਲਾਂ ਸਰਕਾਰ ਬੱਸਾਂ ਦੇਵੇ, ਤੇ ਜੇ ਦੁਕਾਨਦਾਰਾਂ ਦੀ ਗੱਲ ਕਰੀਏ ਤੇ ਵਪਾਰੀ ਵਰਗ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਵੀ ਇਹੀ ਗੱਲ ਕੀਤੀ ਜਾ ਰਹੀ ਕਿ ਜੇ ਪੰਜਾਬ 'ਚ ਬੱਸਾਂ ਹੀ ਨਹੀਂ ਹੋਣਗੀਆਂ ਤੇ ਕਿਰਾਏ ਮਾਫ ਦਾ ਕੀ ਫਾਇਦਾ। ਬਾਕੀ ਆਉਣ ਵਾਲੇ ਸਮੇਂ 'ਚ ਵੇਖਣਾ ਪਏਗਾ ਕਿ ਸਰਕਾਰ ਇਹੋ ਜਿਹੇ ਫੈਸਲਿਆਂ ਨੂੰ ਲੈ ਕੇ ਕਿੱਦਾਂ ਦੇ ਮਸਲੇ ਗਾਂ ਫੈਸਲੇ ਲੈਂਦੀ ਆ ਤੇ ਲੋਕਾਂ ਵਾਸਤੇ, ਲੋਕਾਂ ਦੀ ਸਿਹਤ ਵਾਸਤੇ, ਲੋਕਾਂ ਦੀ ਸੇਫਟੀ ਵਾਸਤੇ ਹੋਰ ਨਵੇਂ ਕਿਹੋ ਜਿਹੇ ਫੈਸਲੇ ਲੈਂਦੀ ਆ। ਤੁਸੀਂ ਜੁੜੇ ਰਹੋ ਇਹਦੇ ਪ੍ਰਾਈਮ ਮੁੱਦੇ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਅੱਜ ਨਾਲ ਤੋਂ ਪ੍ਰਾਈਮ ਮੁੱਦੇ ਲਈ ਜਗਜੀਤ ਸਿੰਘ ਦੀ ਰਿਪੋਰਟ।